ਜਿਸ ਦਿਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਏਮਨਾਬਾਦ ਪਹੁੰਚੇ ਸਨ, ਉਸ ਦਿਨ ਉੱਥੋਂ ਦੇ ਪਠਾਨ ਹਾਕਮ ਦੇ ਘਰ ਵਿਆਹ ਸੀ। ਬੜੀਆਂ ਖੁਸ਼ੀਆਂ ਦੇ ਵਾਜੇ ਵੱਜ ਰਹੇ ਸਨ ਅਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ। ਪਰ ਜਦ ਗੁਰੂ ਜੀ ਨੂੰ ਕਿਸੇ ਅੰਨ ਪਾਣੀ ਨਾ ਪੁੱਛਿਆ ਤਾਂ ਆਪ ਜੀ ਦੇ ਨਾਲ ਜਿਹੜੇ ਸੰਤ ਸਨ ਉਹਨਾਂ ਨੇ ਕਿਹਾ, ਮਹਾਰਾਜ ਸਾਨੂੰ ਤਾਂ ਬਹੁਤ ਭੁੱਖ ਲੱਗੀ ਹੈ, ਸਾਰਾ ਦਿਨ ਬੀਤ ਗਿਆ ਹੈ, ਕੁਝ ਖਾਣ ਨੂੰ ਨਹੀਂ ਮਿਲਿਆ। ਜਦ ਰਾਤ ਪਈ ਤਾਂ ਗੁਰੂ ਜੀ ਨੇ ਕਿਹਾ, ਸੰਤੋ 2 ਜਣੇ ਉੱਠ ਕੇ ਨਗਰ ਵਿੱਚ ਜਾਵੋ ਅਤੇ ਭੋਜਨ ਮੰਗ ਕੇ ਭੁੱਖ ਨਿਵਰਤ ਕਰ ਲਵੋ। ਫਿਰ ਗੁਰੂ ਜੀ ਨੇ ਮਰਦਾਨੇ ਨੂੰ ਆਖਿਆ, ਮਰਦਾਨਾ ਤੂੰ ਵੀ ਸੰਤਾਂ ਦੇ ਨਾਲ ਜਾ ਤੇ ਆਉਂਦਾ ਹੋਇਆ ਭਾਈ ਲਾਲੋ ਨੂੰ ਨਾਲ ਲਈ ਆਉਣਾ। ਪਿੰਡ ਵਿੱਚ ਜਾ ਕੇ ਮਰਦਾਨੇ ਨੇ ਇੱਕ ਪਠਾਨ ਦੇ ਘਰੋਂ ਅੰਨ ਮੰਗਿਆ ਤਾਂ ਕੁਝ ਦੇਣ ਦੀ ਥਾਂ ਉਸ ਘਰ ਵਾਲੇ ਸ਼ਰਾਬੀ ਪਠਾਨ ਨੇ ਅਜਿਹਾ ਧੱਕਾ ਦਿੱਤਾ ਕਿ ਮਰਦਾਨਾ ਉਲਟ ਕੇ ਜਾ ਪਿਆ। ਤਦ ਮਰਦਾਨਾ ਉੱਠ ਕੇ ਭਾਈ ਲਾਲੋ ਦੇ ਘਰ ਚਲਿਆ ਗਿਆ ਅਤੇ ਉਸ ਨੂੰ ਨਾਲ ਲੈ ਕੇ ਗੁਰੂ ਜੀ ਪਾਸ ਆ ਗਿਆ। ਲਾਲੋ ਆਪਣੇ ਨਾਲ ਕੁਝ ਭੁੱਜੇ ਹੋਏ ਦਾਣੇ ਗੁਰੂ ਜੀ ਵਾਸਤੇ ਭੇਟਾ ਲੈ ਗਿਆ ਤੇ ਗੁਰੂ ਜੀ ਨੂੰ ਮੱਥਾ ਟੇਕ ਕੇ ਪਾਸ ਬੈਠ ਗਿਆ। ਤਦ ਮਰਦਾਨੇ ਦੇ ਨਾਲ ਜਾਣ ਵਾਲੇ 2 ਸੰਤਾਂ ਨੇ ਕਿਹਾ, ਮਹਾਰਾਜ ਇਸ ਨਗਰ ਵਿੱਚ ਨੀਚ ਲੋਕ ਰਹਿੰਦੇ ਹਨ ਜੋ ਕਿਸੇ ਸੰਤ ਸਾਧ ਦਾ ਆਦਰ ਕਰਨ ਦੀ ਥਾਂ ਸਗੋਂ ਨਿਰਾਦਰੀ ਕਰਦੇ ਹਨ। ਮਰਦਾਨੇ ਨੂੰ ਧੱਕਾ ਮਾਰ ਕੇ ਇੱਕ ਸ਼ਰਾਬੀ ਪਠਾਨ ਨੇ ਸੱਟਾਂ ਲਾ ਦਿੱਤੀਆਂ ਹਨ। ਵੇਖੋ ਇਸ ਨੂੰ ਕਿਤਨੀ ਸੱਟ ਲੱਗੀ ਹੈ, ਵਿਚਾਰਾ ਬਹੁਤ ਪੀੜ ਅਨੁਭਵ ਕਰ ਰਿਹਾ ਹੈ। ਸੰਤਾਂ ਦੇ ਪਾਸੋਂ ਇਹ ਗੱਲ ਸੁਣ ਕੇ ਗੁਰੂ ਜੀ ਨੇ ਭਾਈ ਲਾਲੋ ਜੀ ਨੂੰ ਸੰਬੋਧਨ ਕਰਕੇ ਇੱਕ ਸ਼ਬਦ ਉਚਾਰਨ ਕੀਤਾ ਕਿ ਗੁਰੂ ਜੀ ਨੇ ਲਾਲੋ ਨੂੰ ਦੱਸਿਆ ਕਿ ਜਿਵੇਂ ਵਾਹਿਗੁਰੂ ਦਾ ਹੁਕਮ ਹੋਇਆ ਹੈ ਤਿਵੇਂ ਹੀ ਮੈਂ ਕਹਿੰਦਾ ਹਾਂ। ਇੱਥੇ ਜਿਹੜੇ ਲੋਕਾਂ ਨੇ ਪਾਪ ਕੀਤੇ ਹਨ ਉਹਨਾਂ ਪਾਪਾਂ ਨੇ ਕਾਬਲ ਵਿੱਚ ਸਰੀਰ ਧਾਰਨ ਕਰ ਲਿਆ ਹੈ। ਜੋ ਮੁਗਲ ਰੂਪ ਧਾਰਨ ਕਰਕੇ ਆਵੇਗਾ ਤਾਂ ਇਹਨਾਂ ਪਾਪੀ ਪਠਾਨਾਂ ਨੂੰ ਲੁੱਟੇ ਪੁੱਟੇਗਾ। ਧਰਮ ਸ਼ਰਮ ਇਸ ਸਮੇਂ ਦੋਵੇਂ ਮਿਟ ਗਏ ਹਨ ਅਤੇ ਝੂਠ ਪ੍ਰਧਾਨ ਹੋਇਆ ਫਿਰਦਾ ਹੈ। ਕਾਜ਼ੀਆਂ ਤੇ ਬ੍ਰਾਹਮਣਾਂ ਦੀ ਕੋਈ ਗੱਲ ਨਹੀਂ ਸੁਣੇਗਾ। ਜੋਰੀ ਜੋਰੀ ਸੁੰਦਰ ਇਸਤਰੀਆਂ ਨੂੰ ਭੋਗਣਗੇ, ਗਰੀਬਾਂ ਨੂੰ ਬਹੁਤ ਦੁੱਖ ਦੇਣਗੇ ਅਤੇ ਲੋਕ ਦੁੱਖਾਂ ਦੇ ਮਾਰੇ ਹੇ ਖੁਦਾ ਕਰਨਗੇ। ਹਿੰਦੂ ਇਸਤਰੀਆਂ ਨੂੰ ਨੀਚ ਲੋਕ ਦੁੱਖ ਦੇਣਗੇ, ਤਦ ਇਹ ਰੋਣਗੀਆਂ ਤੇ ਵੈਣ ਪਾਉਣਗੀਆਂ। ਸ਼ਹਿਰ ਵਿੱਚ ਆਮ ਕਤਲੇਆਮ ਹੋਵੇਗੀ ਤੇ ਖੂਨ ਦੀਆਂ ਨਦੀਆਂ ਚੱਲਣਗੀਆਂ। ਇਹ ਬਚਨ ਸੁਣ ਕੇ ਭਾਈ ਲਾਲੋ ਨੇ ਪੁੱਛਿਆ, ਮਹਾਰਾਜ ਜੀ ਇਹ ਭਾਣਾ ਕਦੋਂ ਵਰਤੇਗਾ? ਕਦੋਂ ਮੁਗਲ ਆਣ ਕੇ ਲੜਾਈ ਕਰਨਗੇ ਤੇ ਫਿਰ ਕਦ ਤੱਕ ਇਹ ਇੱਥੋਂ ਦਾ ਰਾਜ ਕਰਨਗੇ ਅਤੇ ਫਿਰ ਇੱਥੋਂ ਜਾਣਗੇ ਕਦੋਂ? ਤਾਂ ਗੁਰੂ ਜੀ ਆਖਦੇ ਹਨ ਕਿ ਗੁਰੂ ਨਾਨਕ ਵਾਹਿਗੁਰੂ ਦੇ ਗੁਣ ਗਾਉਂਦਾ ਹੈ। ਇਹ ਪਠਾਨ ਕਤਲੇਆਮ ਹੋ ਜਾਣਗੇ ਅਤੇ ਸ਼ਹਿਰਾਂ ਵਿੱਚ ਲੋਥਾਂ ਦੇ ਢੇਰ ਲੱਗ ਜਾਣਗੇ। ਇਸ ਤਰ੍ਹਾਂ ਦਾ ਮਸਲਾ ਹੋਵੇਗਾ। ਜਿਸ ਵਾਹਿਗੁਰੂ ਨੇ ਅਨੇਕ ਪ੍ਰਕਾਰ ਦੇ ਰੰਗਾਂ ਦੀ ਸ੍ਰਿਸ਼ਟੀ ਰਚੀ ਹੈ ਉਹ ਆਪ ਇੱਕ ਪਾਸੇ ਹੋ ਕੇ ਸਭ ਕੁਝ ਵੇਖ ਰਿਹਾ ਹੈ। ਉਹ ਸੱਚਾ ਵਾਹਿਗੁਰੂ ਇਸ ਮਸਲੇ ਦੇ ਅਨੁਸਾਰ ਹੀ ਸੱਚਾ ਨਿਆਂ ਕਰੇਗਾ। ਸ਼ਰੀਰਾਂ ਦੇ ਖੂਨ ਖਰਾਬੇ ਨਾਲ ਟੁਕੜੇ ਟੁਕੜੇ ਹੋ ਜਾਣਗੇ ਤੇ ਹਿੰਦੁਸਤਾਨ ਦੇ ਰਾਜ ਨੂੰ ਆਣ ਕੇ ਮੁਗਲ ਸੰਭਾਲ ਲੈਣਗੇ। ਸੰਮਤ 1578 ਵਿੱਚ ਆਉਣਗੇ ਅਤੇ 1797 ਵਿੱਚ ਜਾਣਗੇ। 279 ਸਾਲ ਇਸ ਧਰਤੀ ਦਾ ਰਾਜ ਕਰਨਗੇ। ਇਹਨਾਂ ਦੇ ਪਿੱਛੋਂ ਖਾਲਸਾ ਹੋਵੇਗਾ ਤੇ ਇਹਨਾਂ ਮੁਗਲਾਂ ਦਾ ਜ਼ੋਰ ਘਟ ਜਾਏਗਾ। ਇਹ ਬਚਨ ਅਸਾਂ ਕਹੇ ਹਨ, ਜਦ ਵਾਪਰਨਗੇ ਤਾਂ ਜਾਣੋਗੇ। ਇਹ ਬਚਨ ਸੁਣ ਕੇ ਇੱਕ ਸਿਆਣੇ ਪੰਡਤ ਨੇ ਪੁੱਛਿਆ, ਮਹਾਰਾਜ ਇਸ ਕਤਲੇਆਮ ਤੋਂ ਅਸੀਂ ਕਿਸ ਤਰ੍ਹਾਂ ਬਚਾਂਗੇ? ਗੁਰੂ ਜੀ ਨੇ ਕਿਹਾ, ਤੁਸੀਂ ਤੇ ਭਾਈ ਲਾਲੋ ਆਪਣਾ ਪਰਿਵਾਰ ਸੰਭਾਲ ਕੇ ਸ਼ੀਘਰ ਹੀ ਇੱਥੋਂ ਨਿਕਲ ਜਾਵੋ। ਤਦ ਉਹ ਇੱਥੋਂ ਨਿਕਲ ਕੇ 2 ਕੋਹਾਂ ਤੇ ਇੱਕ ਸੁੱਕੇ ਤਲਾਬ ਵਿੱਚ ਜਾ ਬੈਠੇ। ਉਸ ਸਮੇਂ ਬਾਬਰ ਦਾ 50 ਕੋਹਾਂ ਦਾ ਡੇਰਾ ਸੀ। ਉਸਨੇ ਦੂਸਰੇ ਦਿਨ ਆਣ ਕੇ ਸਾਰੇ ਨਗਰ ਏਮਨਾਬਾਦ ਨੂੰ ਘੇਰਾ ਪਾ ਲਿਆ। ਦੋਹਾਂ ਪਾਸਿਆਂ ਤੋਂ ਬੰਦੂਕਾਂ ਤੋਪਾਂ ਚੱਲਣ ਲੱਗ ਪਈਆਂ, ਪਰੰਤੂ ਬਾਬਰ ਦੀ ਫੌਜ ਨੇ ਪਠਾਣਾਂ ਨੂੰ ਲੁੱਟ ਮਾਰ ਕੇ ਤਬਾਹ ਕਰ ਦਿੱਤਾ। ਇਸਤਰੀਆਂ ਤੇ ਰਹਿੰਦੀਆਂ ਮਨੁੱਖਾਂ ਨੂੰ ਕੈਦ ਕਰ ਲਿਆ। ਸਾਰੇ ਨਗਰ ਵਿੱਚ ਬਾਬਰ ਦੀ ਦੁਹਾਈ ਫਿਰ ਗਈ ਅਤੇ ਹਾਹਾਕਾਰ ਮਚ ਗਈ। ਇਹ ਸਭ ਕੁਝ ਕਰਕੇ ਬਾਬਰ ਨੇ ਉੱਥੋਂ ਚੱਲ ਕੇ 2 ਕੋਹਾਂ ਤੇ ਜਾ ਡੇਰਾ ਕੀਤਾ। ਇਸ ਤੋਂ ਅੱਗੇ ਦਾ ਪ੍ਰਸੰਗ ਭਾਈ ਬਾਲਾ ਜੀ ਆਪਣੀ ਜ਼ੁਬਾਨੀ ਕੁਝ ਇਸ ਤਰ੍ਹਾਂ ਦੱਸਦੇ ਹਨ ਕਿ ਬਾਬਰ ਦੀ ਸੈਨਾ ਨੂੰ ਵੇਖ ਕੇ ਉਹ ਸੰਤ ਤਾਂ ਤਤਛਿਨ ਹੀ ਉੱਥੋਂ ਚਲੇ ਗਏ, ਪਰ ਗੁਰੂ ਜੀ, ਮੈਂ ਤੇ ਮਰਦਾਨਾ ਅਸੀਂ ਤਿੰਨੇ ਉੱਥੇ ਹੀ ਆਪਣੀ ਥਾਂ ਤੇ ਬੈਠੇ ਰਹੇ। ਉਸ ਸਮੇਂ ਇੱਕ ਮੁਗਲ ਸਿਪਾਹੀ ਨੇ ਸਾਨੂੰ ਆਣ ਕੇ ਵਗਾਰੀ ਫੜ ਲਿਆ। ਮਰਦਾਨੇ ਨੂੰ ਇੱਕ ਘੋੜਾ ਫੜਾ ਦਿੱਤਾ, ਮੇਰੇ ਸਿਰ ਤੇ ਇੱਕ ਪੰਡ ਰਖਾ ਦਿੱਤੀ। ਪਰ ਜਦ ਗੁਰੂ ਜੀ ਦੇ ਸਿਰ ਤੇ ਪੰਡ ਰੱਖਣ ਲੱਗੇ ਤਾਂ ਉਹ ਆਪ ਜੀ ਦੇ ਸਿਰ ਤੋਂ ਇੱਕ ਹੱਥ ਉੱਚੀ ਰਹੀ, ਸਿਰ ਦੇ ਨਾਲ ਨਾ ਲੱਗੀ। ਇਸ ਤਰ੍ਹਾਂ ਹੋਰ ਕੈਦੀਆਂ ਦੇ ਨਾਲ ਅਸੀਂ ਵੀ ਤੁਰ ਪਏ। ਰਾਸਤੇ ਵਿੱਚ ਜਦ ਇੱਕ ਥਾਂ ਬੈਠੇ ਤਾਂ ਗੁਰੂ ਜੀ ਨੇ ਕਿਹਾ, ਮਰਦਾਨਾ ਰਬਾਬ ਵਜਾ। ਮਰਦਾਨੇ ਕਿਹਾ, ਮੈਂ ਤਾਂ ਘੋੜਾ ਫੜਿਆ ਹੋਇਆ ਹੈ, ਰਬਾਬ ਕਿਸ ਤਰ੍ਹਾਂ ਵਜਾਵਾਂ? ਗੁਰੂ ਜੀ ਨੇ ਕਿਹਾ, ਵਾਹਿਗੁਰੂ ਆ ਕੇ ਘੋੜਾ ਛੱਡ ਦਿਓ, ਕਿਤੇ ਨਹੀਂ ਜਾਏਗਾ। ਜਦ ਮਰਦਾਨਾ ਘੋੜਾ ਛੱਡ ਕੇ ਰਬਾਬ ਵਜਾਉਣ ਲੱਗ ਪਿਆ ਤੇ ਗੁਰੂ ਜੀ ਨੇ ਉੱਚੀ ਸੁਰ ਨਾਲ ਇੱਕ ਸ਼ਬਦ ਪੜਿਆ ਜਿਸ ਦਾ ਅਰਥ ਸੀ ਕਿ ਹੇ ਵਾਹਿਗੁਰੂ, ਤੂੰ ਜਮ ਰੂਪ ਧਾਰਨ ਕਰਕੇ ਮੁਗਲ ਬਾਬਰ ਨੂੰ ਚੜਾਇਆ ਹੈ।
ਤੂੰ ਖੁਰਾਸਾਨ ਨੂੰ ਅਪਣਾਇਆ ਹੈ ਤੇ ਹਿੰਦੁਸਤਾਨ ਨੂੰ ਡਰਾਇਆ ਹੈ। ਤੂੰ ਆਪਣੇ ਸਿਰ ਕੋਈ ਦੋਸ਼ ਨਹੀਂ ਲੈਂਦਾ। ਲੋਕਾਂ ਨੂੰ ਇਤਨੀ ਮਾਰ ਪਈ ਤੇ ਉਹਨਾਂ ਨੂੰ ਵਿਰਲਾਪ ਕਰਦਿਆਂ ਨੂੰ ਵੇਖ ਕੇ ਤੈਨੂੰ ਕੋਈ ਤਰਸ ਨਹੀਂ ਆਇਆ। ਸਾਰਿਆਂ ਦਾ ਤੂੰ ਆਪ ਹੀ ਹੈ, ਫਿਰ ਇਹ ਗੱਲ ਕਿਉਂ ਹੋਈ? ਹਾਂ, ਜੇਕਰ ਤਗੜੇ ਨੂੰ ਤਗੜਾ ਮਾਰੇ ਤਾਂ ਫਿਰ ਕੋਈ ਰੋਸ ਨਹੀਂ ਹੁੰਦਾ, ਪਰ ਜਦ ਤਗੜਾ ਸ਼ੇਰ ਗਊਆਂ ਦੇ ਵੱਗ ਉੱਤੇ ਪੈ ਜਾਵੇ ਤਾਂ ਉਹਨਾਂ ਦਾ ਮਾਲਕ ਉਹਨਾਂ ਦੀ ਖਬਰ ਲੈਂਦਾ ਹੈ। ਆਪਣਾ ਰਤਨ ਰੂਪੀ ਮਨੁੱਖਾ ਜਨਮ ਇਹਨਾਂ ਪਠਾਣਾ ਕੁੱਤਿਆਂ ਨੇ ਵਿਗਾੜ ਕੇ ਖਰਾਬ ਕੀਤਾ ਹੈ। ਮਰ ਗਿਆਂ ਦੀ ਕਿਸੇ ਸਾਰ ਵੀ ਨਹੀਂ ਲੈਣੀ। ਹੇ ਵਾਹਿਗੁਰੂ, ਤੂੰ ਆਪੇ ਹੀ ਜੋੜਨਾ ਤੇ ਵਿਛੋੜਨਾ ਕਰਦਾ ਹੈ। ਜੇ ਕੋਈ ਆਪਣਾ ਵੱਡਾ ਨਾਮ ਰਖਾ ਕੇ ਮਨ ਮਰਜ਼ੀ ਦੇ ਪੁੱਠੇ ਕੰਮ ਕਰਦਾ ਰਹੇ ਤਾਂ ਉਹ ਮਾਲਕ ਦੀ ਨਜ਼ਰ ਵਿੱਚ ਇੱਕ ਕੀੜੇ ਤੁੱਲ ਤੁੱਛ ਜੀਵ ਹੁੰਦਾ ਹੈ। ਜੇਕਰ ਆਪਣੇ ਮਨ ਨੂੰ ਮਾਰ ਕੇ ਜਿਉਣਾ ਕਰੇ ਫਿਰ ਕੁਝ ਵਾਹਿਗੁਰੂ ਨਾਮ ਦੀ ਪ੍ਰਾਪਤੀ ਕਰਦਾ ਹੈ। ਇਹ ਸ਼ਬਦ ਸੁਣ ਕੇ ਉਸ ਮੁਗਲ ਪਠਾਨ ਦਾ ਮਨ ਨੀਵਾਂ ਹੋ ਗਿਆ ਤੇ ਉਸਨੇ ਬਾਬਰ ਨੂੰ ਜਾ ਕੇ ਦੱਸਿਆ ਕਿ ਅਸਾਂ ਇੱਕ ਸਾਧੂ ਬੜਾ ਕਰਾਮਾਤੀ ਵੇਖਿਆ ਹੈ। ਅਸਾਂ ਉਸ ਦੇ ਸਿਰ ਤੇ ਪੰਡ ਰੱਖੀ ਸੀ ਤਾਂ ਉਹ ਪੰਡ ਇੱਕ ਹੱਥ ਭਰ ਉਸ ਦੇ ਸਿਰ ਤੋਂ ਉੱਚੀ ਰਹੀ ਸੀ। ਹੋਰ ਉਹ ਬਚਨ ਵੀ ਬੜੇ ਚੰਗੇ ਕਰਦਾ ਹੈ, ਆਪ ਉਸ ਨੂੰ ਜ਼ਰੂਰ ਵੇਖੋ। ਇੱਧਰ ਸਭ ਕੈਦੀਆਂ ਨੂੰ ਜਦ ਆਟਾ ਪੀਸਣ ਵਾਸਤੇ ਚੱਕੀਆਂ ਦਿੱਤੀਆਂ ਗਈਆਂ ਤਾਂ ਭਾਈ ਬਾਲਾ ਤੇ ਮਰਦਾਨਾ ਵੀ ਦਾਣੇ ਪੀਸਣ ਲੱਗ ਪਏ, ਪਰੰਤੂ ਗੁਰੂ ਜੀ ਦੀ ਚੱਕੀ ਹੱਥ ਲਾਏ ਤੋਂ ਬਿਨਾਂ ਆਪੇ ਹੀ ਚੱਲਣ ਲੱਗ ਪਈ। ਗੁਰੂ ਜੀ ਹੱਥ ਨਾਲ ਦਾਣੇ ਪਾਈ ਜਾਂਦੇ ਤੇ ਚੱਕੀ ਆਪੇ ਹੀ ਚੱਲ ਕੇ ਦਾਣੇ ਦਲੀ ਜਾਂਦੀ। ਇਤਨੇ ਨੂੰ ਬਾਬਰ ਵੀ ਆ ਗਿਆ। ਉਹ ਗੁਰੂ ਜੀ ਦੀ ਚੱਕੀ ਆਪਣੇ ਆਪ ਹੀ ਚੱਲਦੀ ਵੇਖ ਕੇ ਬੜਾ ਹੈਰਾਨ ਹੋ ਕੇ ਉੱਥੇ ਹੀ ਖੜਾ ਹੋ ਗਿਆ। ਉਸਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ, ਜਿਸ ਨੂੰ ਵੇਖ ਕੇ ਗੁਰੂ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ, ਜਿਸ ਦਾ ਭਾਵ ਹੈ ਜੋ ਕੁਝ ਉਪਦਰਵ ਤੇ ਜ਼ੁਲਮ ਬਾਬਰ ਦੀ ਫੌਜ ਨੇ ਏਮਨਾਬਾਦ ਵਿੱਚ ਬਹੂ ਬੇਟੀਆਂ ਤੇ ਵੱਡੇ ਘਰਾਂ ਦੀਆਂ ਇਸਤਰੀਆਂ ਨਾਲ ਕੀਤਾ ਸੀ, ਉਸ ਦਾ ਵਰਣਨ ਕਰਕੇ ਦੱਸਿਆ ਹੈ ਕਿ ਪਰਮਾਤਮਾ ਬੇਅੰਤ ਹੈ, ਜਿਸ ਨੇ ਘੜੀ ਪਹਿਰ ਵਿੱਚ ਹੀ ਖੁਸ਼ੀਆਂ ਤੇ ਆਨੰਦ ਮਾਣਦੇ ਹੋਏ ਸ਼ਹਿਰ ਵਾਸੀ ਇਸਤਰੀ ਪੁਰਸ਼ ਨੂੰ ਮਿੱਟੀ ਨਾਲ ਮਿਲਾ ਦਿੱਤਾ ਹੈ ਅਤੇ ਸ਼ਹਿਰ ਨੂੰ ਢਾਹ ਢੇਰੀ ਕੀਤਾ। ਜੋ ਕਾਰ ਵਾਹਿਗੁਰੂ ਨੂੰ ਭਾਉਂਦੀ ਹੈ ਉਹ ਹੁੰਦੀ ਹੈ। ਇਹਨਾਂ ਲੋਕਾਂ ਦੇ ਕਰਮ ਹੀ ਐਸੇ ਸਨ, ਤੇਰੇ ਵਸ ਕੁਝ ਵੀ ਨਹੀਂ। ਜਦ ਇਹ ਸ਼ਬਦ ਅਰਥਾਂ ਸਹਿਤ ਬਾਬਰ ਨੇ ਸੁਣਿਆ, ਉਸਨੇ ਆਪ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਅਤੇ ਕਿਹਾ ਕਿ ਮੈਨੂੰ ਕਰਾਮਾਤ ਵਿਖਾਓ, ਆਪ ਪਰਮੇਸ਼ਰ ਦੇ ਪਿਆਰੇ ਤਥਾ ਪਰਮੇਸ਼ਰ ਦਾ ਰੂਪ ਹੀ ਹੋ। ਤਦ ਗੁਰੂ ਜੀ ਨੇ ਕਿਹਾ, ਕਰਾਮਾਤ ਕਹਿਰ ਦਾ ਨਾਮ ਹੈ, ਜੇ ਤੂੰ ਵੇਖਣੀ ਹੋਵੇ ਤਾਂ ਦੱਸਦੇ ਹਾਂ। ਬਾਬਰ ਨੇ ਆਪ ਜੀ ਨੂੰ ਬੇਪਰਵਾਹ ਦਰਵੇਸ਼ ਸਮਝ ਕੇ ਇਸ ਨੂੰ ਕੋਈ ਲਾਲਚ ਨਹੀਂ ਹੈ, ਆਪ ਜੀ ਦੇ ਅੱਗੇ ਭੰਗ ਭੇਟਾ ਰੱਖ ਦਿੱਤੀ। ਭੰਗ ਨੂੰ ਵੇਖ ਕੇ ਗੁਰੂ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਕਿ ਹੇ ਬਾਦਸ਼ਾਹ, ਸਾਡੇ ਪਾਸ ਪਰਮੇਸ਼ਰ ਦੇ ਭਾਉਂਦੀ ਭੰਗ ਜੋ ਅਸਾਂ ਆਪਣੇ ਚਿੱਤ ਰੂਪੀ ਗੁੱਥੀ ਵਿੱਚ ਪਾਈ ਹੋਈ ਹੈ, ਉਸ ਨੂੰ ਪੀ ਕੇ ਮੈਂ ਦੀਵਾਨਾ ਹੋ ਕੇ ਅਤੀਤ ਰਹਿੰਦਾ ਹਾਂ। ਭੰਗ ਪੀਣ ਵਾਸਤੇ ਹੱਥਾਂ ਦਾ ਕਾਸਾ ਹੈ ਅਤੇ ਉਸ ਪ੍ਰਭੂ ਦੇ ਦਰਸ਼ਨ ਦੀ ਭੁੱਖ ਹੈ ਜੋ ਸਦਾ ਹੀ ਉਸ ਤੋਂ ਮੰਗਦਾ ਰਹਿੰਦਾ ਹਾਂ। ਮੈਨੂੰ ਉਸ ਦੇ ਦਰਸ਼ਨਾਂ ਦੀ ਇੱਛਾ ਹੈ। ਮੈਨੂੰ ਆਪਣੇ ਨਾਮ ਦੀ ਪ੍ਰਭੂ ਪਿੱਛਿਆ ਦੇਵੇ। ਕੇਸਰ, ਫੁੱਲ, ਕਸਤੂਰੀ ਅਤੇ ਹਰਨ ਦੀ ਖੱਲ ਸਾਰੇ ਸਰੀਰਾਂ ਨਾਲ ਲੱਗਦੇ ਹਨ ਪਰ ਅਪਵਿੱਤਰ ਨਹੀਂ ਹੁੰਦੇ। ਇਸ ਤਰ੍ਹਾਂ ਹੀ ਚੰਦਨ ਤੇ ਭਗਤਾਂ ਦੀ ਗੱਲ ਹੈ ਜੋ ਸਭ ਨੂੰ ਜੋ ਉਹਨਾਂ ਦੇ ਲਾਗੇ ਲੱਗੇ ਆਪਣੇ ਵਰਗਾ ਹੀ ਸੁਗੰਧਿਤ ਕਰ ਦਿੰਦੇ ਹਨ। ਜਿਵੇਂ ਘਿਓ ਅਤੇ ਰੇਸ਼ਮ ਨੂੰ ਕੋਈ ਭਿੱਟੜ ਨਹੀਂ ਕਹਿੰਦਾ, ਇਸ ਤਰ੍ਹਾਂ ਹੀ ਭਗਤ ਭਾਵੇਂ ਕਿਸੇ ਜਾਤੀ ਵਿੱਚ ਹੋਵੇ ਉਹ ਉੱਤਮ ਹੀ ਹੈ। ਤੇਰੇ ਨਾਮ ਵਿੱਚ ਲੱਗ ਕੇ ਜਿਹੜਾ ਨਿਮਰਤਾ ਧਾਰਨ ਕਰਦਾ ਹੈ, ਹੇ ਵਾਹਿਗੁਰੂ, ਮੈਨੂੰ ਉਹਨਾਂ ਦੇ ਦਰ ਤੋਂ ਪਿੱਛਿਆ ਪ੍ਰਾਪਤ ਹੋਵੇ। ਇਹ ਬਚਨ ਸੁਣ ਕੇ ਬਾਬਰ ਨੇ ਬੇਨਤੀ ਕੀਤੀ ਕਿ ਮੇਰੇ ਤੇ ਬਖਸ਼ਿਸ਼ ਕਰੋ, ਮੇਰੀ ਬਾਦਸ਼ਾਹੀ ਕਾਇਮ ਰਹੇ। ਗੁਰੂ ਜੀ ਨੇ ਕਿਹਾ, ਹੇ ਬਾਦਸ਼ਾਹ, ਖੁਦਾ ਦੇ ਬੰਦਿਆਂ ਉੱਤੇ ਜ਼ੁਲਮ ਕਰਨਾ ਛੱਡ ਦਿਓ। ਜੋ ਲੋਕ ਕੈਦੀ ਕੀਤੇ ਹੋਏ ਹਨ ਉਹਨਾਂ ਨੂੰ ਛੱਡ ਦਿਓ। ਜਿਤਨਾ ਚਿਰ ਤੂੰ ਹੱਕ ਨਿਆਂ ਦਾ ਰਾਜ ਕਰੇਗਾ, ਪ੍ਰਜਾ ਨੂੰ ਸੁਖੀ ਰੱਖੇਗਾ, ਤਦੋਂ ਤੱਕ ਤੇਰੀ ਔਲਾਦ ਪੁੱਤਰ ਪੋਤਰੇ ਰਾਜ ਕਰਦੇ ਰਹਿਣਗੇ। ਪਰ ਜਦ ਜ਼ੋਰ ਜ਼ੁਲਮ ਦਾ ਰਾਜ ਕਰੋਗੇ, ਸਾਰੇ ਅਧਰਮ ਫੈਲ ਜਾਵੇਗਾ ਤਾਂ ਤੁਹਾਡਾ ਰਾਜ ਨਸ਼ਟ ਹੋ ਜਾਏਗਾ। ਤਦ ਗੁਰੂ ਜੀ ਦਾ ਹੁਕਮ ਮੰਨ ਕੇ ਬਾਬਰ ਨੇ ਸਭ ਕੈਦੀ ਛੱਡ ਦਿੱਤੇ ਤਾਂ ਉਹ ਗੁਰੂ ਜੀ ਦਾ ਪਰਉਪਕਾਰ ਸਮਝ ਕੇ ਗੁਰੂ ਜੀ ਨੂੰ ਨਾਲ ਲੈ ਕੇ ਵਾਪਸ ਏਮਨਾਬਾਦ ਆ ਗਏ। ਜਦ ਗੁਰੂ ਜੀ ਨੇ ਨਗਰ ਉਜੜਿਆ ਤੇ ਤਬਾਹ ਹੋਇਆ ਵੇਖਿਆ ਤਾਂ ਆਪ ਜੀ ਨੇ ਇੱਕ ਹੋਰ ਸ਼ਬਦ ਉਚਾਰਨ ਕੀਤਾ, ਜਿਸ ਦਾ ਭਾਵ ਸੀ ਕਿ ਹੇ ਅਕਾਲ ਪੁਰਖ, ਤੇਰੀ ਬੇਅੰਤ ਮਹਿਮਾ ਹੈ। ਉਹ ਖੇਡਾਂ ਤੇ ਤਬੇਲਿਆਂ ਵਿੱਚ ਹਿਣਕਣ ਵਾਲੇ ਘੋੜੇ ਤੇ ਵਾਜੇ ਨਫੀਰਿਆਂ ਕਿੱਥੇ ਹਨ? ਕਿੱਥੇ ਹਨ ਸਬੰਧ ਮਹਾਰਥੀ ਸੂਰਮੇ ਅਤੇ ਕਿੱਥੇ ਹਨ ਉਹ ਖੁਸ਼ੀ ਨਾਲ ਪਹਿਨਣ ਵਾਲੀਆਂ ਲਾਲ ਪੋਸ਼ਾਕਾਂ? ਕਿੱਥੇ ਹਨ ਉਹ ਸੁੰਦਰ ਮੂੰਹ ਸ਼ੀਸ਼ਿਆਂ ਵਿੱਚ ਦੇਖਣ ਵਾਲੇ? ਹੁਣ ਉਹ ਇੱਥੇ ਦਿਸਦੇ ਨਹੀਂ ਹਨ। ਹੇ ਮੇਰੇ ਮਾਲਕ, ਇਹ ਜਗਤ ਤੇਰੀ ਰਚਨਾ ਹੈ। ਇੱਕ ਘੜੀ ਵਿੱਚ ਹੀ ਇਸ ਨੂੰ ਸਿਰਜ ਕੇ ਤੂੰ ਨਾਸ਼ ਕਰ ਦਿੰਦਾ ਹੈ ਅਤੇ ਧਨ ਦੌਲਤ ਦੂਜਿਆਂ ਨੂੰ ਦੇ ਦਿੰਦਾ ਹੈ। ਉਹ ਸੁੰਦਰ ਮਹਿਲ ਤੇ ਸਰਾਵਾਂ ਕਿੱਥੇ ਹਨ? ਉਹ ਸੁੱਖਾਂ ਵਾਲੀਆਂ ਸੇਜਾਂ ਉੱਤੇ ਸੌਣ ਵਾਲੀਆਂ ਇਸਤਰੀਆਂ ਕਿੱਥੇ ਹਨ ਜਿਨ੍ਹਾਂ ਨੂੰ ਵੇਖ ਕੇ ਨੀਂਦ ਨਹੀਂ ਪੈਂਦੀ ਸੀ? ਕਿੱਥੇ ਹਨ ਉਹ ਪਾਨਾਂ ਦੇ
ਬੀੜੇ ਖਾਣ ਵਾਲੀਆਂ ਤੇ ਪਰਦੇ ਵਿੱਚ ਰਹਿਣ ਵਾਲੀਆਂ ਸੁੰਦਰ ਇਸਤਰੀਆਂ ਜੋ ਪਰਛਾਵੇਂ ਵਾਂਗ ਲੋਪ ਹੋ ਗਈਆਂ ਹਨ, ਇਸ ਧਨ ਵਾਸਤੇ ਬਹੁਤ ਸ੍ਰਿਸ਼ਟੀ ਖਰਾਬ ਹੋਈ ਹੈ ਅਤੇ ਬਹੁਤ ਇਸ ਨੇ ਆਪਣੇ ਆਪ ਵਿੱਚ ਭੁਲਾਈ ਹੋਈ ਹੈ। ਇਹ ਦੌਲਤ ਪਾਪ ਕੀਤਿਆਂ ਬਿਨਾਂ ਇਕੱਠੀ ਨਹੀਂ ਹੁੰਦੀ ਅਤੇ ਮਰਨ ਉਪਰੰਤ ਇਹ ਨਾਲ ਨਹੀਂ ਜਾਂਦੀ। ਜਿਸ ਨੂੰ ਅਕਾਲ ਪੁਰਖ ਆਪ ਭੁਲਾਉਂਦਾ ਕੁਰਾਹੇ ਪਾਉਂਦਾ ਹੈ, ਉਸ ਦੀ ਵਡਿਆਈ ਖੋਹ ਲੈਂਦਾ ਹੈ। ਕਰੋੜਾਂ ਹੀ ਮੁੱਲਾਂ ਮੁਲਾਣੇ ਬਾਬਰ ਦੇ ਆਉਣ ਨੂੰ ਮੰਤਰਾਂ ਜੰਤਰਾਂ ਨਾਲ ਰੋਕ ਰਹੇ, ਪਰ ਉਸਨੇ ਆਣ ਕੇ ਪੱਕੇ ਮੰਦਰ ਤੇ ਧਰਮ ਸਥਾਨਾਂ ਨੂੰ ਸਾੜ ਦਿੱਤਾ ਅਤੇ ਮਾਸੂਮ ਬੱਚਿਆਂ ਨੂੰ ਟੁਕੜੇ ਟੁਕੜੇ ਕਰਕੇ ਧਰਤੀ ਤੇ ਰੋਲਿਆ। ਮੁਲਾਣਿਆਂ ਦੇ ਮੰਤਰਾਂ ਜੰਤਰਾਂ ਕਰਕੇ ਕੋਈ ਵੀ ਮੁਗਲ ਅੰਨਾ ਨਾ ਹੋਇਆ, ਕਿਸੇ ਵੀ ਮੰਤਰ ਨੇ ਚਮਤਕਾਰ ਨਾ ਵਿਖਾਲਿਆ। ਮੁਗਲਾਂ ਤੇ ਪਠਾਣਾਂ ਦੀ ਲੜਾਈ ਹੋਈ ਤੇ ਤਲਵਾਰਾਂ ਚੱਲੀਆਂ। ਉਹਨਾਂ ਮੁਗਲਾਂ ਨੇ ਬੰਦੂਕਾਂ ਤੇ ਤੋਪਾਂ ਚਲਾਈਆਂ ਤੇ ਪਠਾਣਾਂ ਨੇ ਅੱਗੋਂ ਹਾਥੀਆਂ ਨੂੰ ਸਾਹਮਣੇ ਕਰ ਦਿੱਤਾ। ਜਿਨ੍ਹਾਂ ਦੀ ਚਿੱਠੀ ਦਰਗਾਹੋਂ ਹੀ ਪਾਟ ਗਈ ਸੀ, ਉਹ ਮਾਰੇ ਗਏ। ਹਿੰਦੂ ਤੁਰਕ ਆਦਿ ਇਸਤਰੀਆਂ ਦੇ ਬੁਰਕੇ ਤਥਾ ਕੱਪੜੇ ਵਿੱਚ ਸਕੈਰ ਵਿੱਚ ਸਿਰਾਂ ਤੋਂ ਪੈਰ ਤੱਕ ਪਾਟ ਗਏ ਅਤੇ ਕਈ ਮਰ ਕੇ ਮਸਾਣਾਂ ਵਿੱਚ ਜਾ ਵਸੀਆਂ। ਜਿਨ੍ਹਾਂ ਇਸਤਰੀਆਂ ਦੇ ਪਤੀ ਲੜਾਈ ਵਿੱਚ ਮਾਰੇ ਗਏ, ਉਹ ਜਦ ਘਰ ਨਾ ਆਏ ਤਾਂ ਉਹਨਾਂ ਦੀ ਰਾਤ ਬੀਤਣੀ ਹੀ ਔਖੀ ਹੋ ਗਈ। ਵਾਹਿਗੁਰੂ ਆਪ ਹੀ ਸਭ ਕੁਝ ਕਰਦਾ ਤੇ ਕਰਾਉਂਦਾ ਹੈ। ਫਿਰ ਇਹ ਦੁੱਖ ਵਾਰਤਾ ਕਿਸ ਨੂੰ ਸੁਣਾਈਏ? ਜਦ ਇਹ ਦੁੱਖ ਸੁੱਖ ਤੇਰੇ ਹੁਕਮ ਅੰਦਰ ਹੀ ਹੁੰਦਾ ਹੈ ਤਾਂ ਫਿਰ ਹੋਰ ਕਿਸ ਪਾਸ ਜਾ ਕੇ ਰੋਈਏ? ਵਾਹਿਗੁਰੂ ਆਪਣਾ ਹੁਕਮ ਚਲਾ ਕੇ ਪ੍ਰਸੰਨ ਹੁੰਦਾ ਹੈ। ਜੀਵ ਆਪਣੇ ਕਰਮਾਂ ਦਾ ਲਿਖਿਆ ਪਾਉਂਦੇ ਹਨ। ਗੁਰੂ ਜੀ ਆਖਦੇ ਹਨ, ਹੇ ਭਾਈ, ਤੁਹਾਡਾ ਰੋਣਾ ਤੇ ਵਿਰਲਾਪ ਕਰਨਾ ਬੇਅਰਥ ਹੈ। ਇਹ ਸੰਸਾਰ ਇੱਕ ਚਰਗਾਹ ਹੈ ਜਿੱਥੇ ਚਰਵਾਹ ਗਵਾਲਾ ਲੋਕ ਸਮੇਂ ਸਿਰ ਆਉਂਦੇ ਤੇ ਸਮਾਂ ਕੱਟ ਕੇ ਚਲੇ ਜਾਂਦੇ ਹਨ। ਜੋ ਲੋਕ ਇਸ ਚਰਗਾਹ ਪਸ਼ੂਆਂ ਦੇ ਚਰਨ ਦੀ ਜੂਹ ਵਿੱਚ ਘਰ ਬਣਾਉਂਦੇ ਹਨ, ਉਹ ਘਰ-ਬਾਰ ਝੂਟੇ ਹਨ, ਕਿਉਂਕਿ ਉੱਥੇ ਰਹਿਣਾ ਹੀ ਕਿਸੇ ਨਹੀਂ, ਫਿਰ ਘਰ ਕਿਸ ਕੰਮ। ਘਰਾਂ ਨੂੰ ਸੰਵਾਰ ਕੇ ਤਦ ਬਣਾਉਣਾ ਠੀਕ ਹੈ ਜੇਕਰ ਸਦਾ ਇੱਥੇ ਸੰਸਾਰ ਚਰਗਾਹ ਵਿੱਚ ਹੀ ਰਹਿਣਾ ਹੋਵੇ। ਤੁਸੀਂ ਤਾਂ ਉਸ ਨੂੰ ਰੋ ਰਹੇ ਹੋ ਜੋ ਮਰ ਗਿਆ ਹੈ, ਪਰ ਜਦ ਤੁਸੀਂ ਮਰ ਜਾਓਗੇ ਤਦ ਤੁਹਾਨੂੰ ਕੌਣ ਰੋਵੇਗਾ? ਇਹ ਤਾਂ ਤੁਸੀਂ ਦਿਖਾਵੇ ਦਾ ਝੂਠਾ ਰੋਣਾ ਰੋ ਰਹੇ ਹੋ, ਕਿਉਂਕਿ ਮਰਨ ਵਾਲਾ ਤੁਹਾਡੇ ਰੋਣੇ ਨੂੰ ਸੁਣਦਾ ਨਹੀਂ। ਇਹ ਕੇਵਲ ਤੁਸੀਂ ਲੋਕਾਂ ਨੂੰ ਹੀ ਸੁਣਾ ਰਹੇ ਹੋ। ਜੇਕਰ ਮਰਨ ਵਾਲਾ ਆਪਣੀ ਇਕੱਠੀ ਕੀਤੀ ਹੋਈ ਦੌਲਤ ਨਾਲ ਲੈ ਗਿਆ ਤਾਂ ਤੁਸੀਂ ਵੀ ਇਕੱਠੀ ਕਰੋ, ਨਹੀਂ ਤਾਂ ਇਸ ਦੀ ਵਿਚਾਰ ਕਰਕੇ ਕੁਝ ਸਮਝੋ। ਉਹ ਕੰਮ ਕਰੋ ਜਿਸ ਦਾ ਕੋਈ ਲਾਭ ਮਿਲੇ, ਨਹੀਂ ਤਾਂ ਪਿੱਛੋਂ ਪਛਤਾਓਗੇ। ਬੁਰੇ ਕਰਮ ਛੱਡ ਕੇ ਨੇਕ ਕਰਮ ਕਰੋ, ਤਦ ਸਿਧਾਂਤ ਨੂੰ ਪਾਵੋਗੇ। ਧਰਮ ਦੀ ਧਰਤੀ ਕਰਕੇ ਉਸ ਵਿੱਚ ਸੱਚ ਦਾ ਬੀਜ ਪਾਵੋਗੇ, ਤਦ ਕੁਝ ਲਾਭ ਲੈ ਕੇ ਅੱਗੇ ਜਾਵੋਗੇ। ਚੰਗੇ ਕਰਮ ਹੋਣ ਤਾਂ ਸਤਿਗੁਰੂ ਮਿਲਦਾ ਹੈ, ਤਾਂ ਨਾਮ ਸੁਣਿਆ ਤੇ ਜਪਿਆ ਜਾਂਦਾ ਹੈ। ਜੰਮਣਾ ਤੇ ਮਰਨਾ ਧੁਰ ਤੋਂ ਹੀ ਲਿਖਿਆ ਆ ਰਿਹਾ ਹੈ। ਵਾਹਿਗੁਰੂ ਦੇ ਭਾਣੇ ਵਿੱਚ ਜੋ ਕੁਝ ਹੁੰਦਾ ਹੈ ਉਸ ਨੂੰ ਚੰਗਾ ਕਰਕੇ ਮੰਨਣਾ ਹੀ ਵਡਿਆਈ ਹੈ। ਇਹ ਸ਼ਬਦ ਦੀ ਉਚਾਰਨ ਕਰਕੇ ਮੁਕਤੀ ਦਾਤਾ ਗੁਰੂ ਜੀ ਬੈਠ ਰਹੇ, ਜਿਨ੍ਹਾਂ ਦੀ ਕਿਰਪਾ ਨਾਲ ਸਾਰਿਆਂ ਦੇ ਹਿਰਦੇ ਸ਼ਾਂਤੀ ਨੂੰ ਪ੍ਰਾਪਤ ਹੋਏ ਸਨ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ।